ਆਹਾ ਇੱਕ ਪ੍ਰੇਮੀ ਨੇ ਪੁੱਛਿਆ ਹੈ, ਮਹਾਰਾਜ ਜੀ ਧਿਆਨ ਕਰਦੇ ਕਰਦੇ ਅਜਿਹਾ ਟਾਈਮ ਆਉਂਦਾ ਕਿ ਨੀਂਦ ਆਉਣੀ ਪੂਰੀ ਤਰ੍ਹਾਂ ਬੰਦ ਹੋ ਜਾਂਦੀ। ਮਤਲਬ ਸੌਣਾ ਵੀ ਚਾਹੋ ਤਾਂ ਨੀਂਦ ਨਹੀਂ ਆਉਂਦੀ। ਫਿਰ ਨੀਂਦ ਵਾਸਤੇ ਧਿਆਨ ਬੰਦ ਕਰਨਾ ਪੈਂਦਾ। ਨੀਂਦ ਨਾ ਆਉਣ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ। ਕੁਛ ਤੇ ਸਰੀਰਕ ਕਾਰਨ ਹੁੰਦੇ ਹਨ ਵੀ ਸਰੀਰ ਦੇ ਅੰਦਰ ਕੋਈ ਬਿਮਾਰੀ ਹੋਵੇ ਜਾਂ ਖੂਨ ਦੀ ਗਤੀ ਤੇਜ਼ ਹੋਵੇ, ਬਲੱਡ ਪ੍ਰੈਸ਼ਰ ਹਾਈ ਹੋਵੇ, ਤਾਂ ਵੀ ਨੀਂਦ ਨਹੀਂ ਆਉਂਦੀ ਹੈ ਕਈਆਂ ਨੂੰ। ਤੇ ਮਨ ਦੇ ਵਿੱਚ ਵਿਚਾਰ ਜ਼ਿਆਦਾ ਹੋਣ, ਕੋਈ ਸੋਚਦਾ ਜ਼ਿਆਦਾ ਹੋਵੇ, ਚਿੰਤਨ ਜ਼ਿਆਦਾ ਕਰਦਾ ਹੋਵੇ, ਤਾਂ ਵੀ ਨੀਂਦ ਨਹੀਂ ਆਉਂਦੀ। ਕਿਉਂਕਿ ਮਨ ਸਕਰੀਏ ਰਵੇ ਤੇ ਬੁੱਧੀ ਵੀ ਸਕਰੀਏ ਰਹਿੰਦੀ ਹੈ। ਤੇ ਬੁੱਧੀ ਅਗਰ ਸਕਰੀਏ ਰਹੇਗੀ, ਵਿਚਾਰ ਚੱਲਦੇ ਰਹਿਣਗੇ, ਫਿਰ ਨੀਂਦ ਨਹੀਂ ਆਵੇਗੀ। ਤੇ ਕਈ ਪ੍ਰੇਮੀ ਪੁੱਛਦੇ ਹਨ ਵੀ ਸਾਨੂੰ ਧਿਆਨ ਕਰਦੇ ਕਰਦੇ, ਸਾਧਨਾ ਕਰਦੇ ਕਰਦੇ ਬਹੁਤ ਛੇਤੀ ਨੀਂਦ ਆ ਜਾਂਦੀ। ਇੱਥੇ ਵੀ ਕਈ ਵਾਰ ਐਤਵਾਰ ਨੂੰ ਪ੍ਰੇਮੀ ਜਿਹੜੇ ਆਉਂਦੇ ਹਨ ਨਾ, ਤਾਂ ਮੈਨੂੰ ਸੁਣਦੇ ਕਈ ਸੌਂ ਜਾਂਦੇ ਹਨ। ਕਈ ਤੇ ਆ ਰਿਕਾਰਡਿੰਗ ਸੁਣਦੇ ਹਨ ਨਾ, ਉਹ ਵੀ ਕਹਿੰਦੇ ਹਨ ਵੀ ਸਾਨੂੰ ਨੀਂਦ ਬਹੁਤ ਛੇਤੀ ਆਉਂਦੀ। ਤੇ ਜਦੋਂ ਆਪਾਂ ਸ਼ਾਂਤ ਹੁੰਦੇ ਹਾਂ, ਥੋੜ੍ਹਾ ਜਿਹਾ ਮਨ ਟਿਕ ਜਾਂਦਾ ਹੈ ਤੇ ਸਿਰ ਦੇ ਵਿੱਚ ਖੂਨ ਦਾ ਦੌਰਾ ਘਟ ਜਾਂਦਾ ਹੈ, ਵਿਚਾਰ ਘਟਦੇ ਹਨ, ਉਸੇ ਵੇਲੇ ਨੀਂਦ ਆ ਜਾਂਦੀ। ਪਰ ਉਹ ਨੀਂਦ ਜਿਹੜੀ ਹੈ ਨਾ, ਧਿਆਨ ਦੇ ਵਿੱਚ ਆਉਂਦੀ ਹੈ ਜਾਂ ਸਿਮਰਨ ਦੇ ਵਿੱਚ ਆਉਂਦੀ, ਚਿੰਤਨ ਦੇ ਵਿੱਚ ਆਉਂਦੀ ਹੈ, ਉਹ ਵੀ ਸੁਖਦਾਈ ਹੁੰਦੀ ਹੈ। ਅੱਜ ਹੀ ਲੁਧਿਆਣੇ ਤੋਂ ਪ੍ਰੇਮੀ ਆਏ ਸਨ, ਉਹ ਵੀ ਇਹੋ ਗੱਲ ਕਹਿ ਰਹੇ ਸਨ ਕਿ ਬੈਠੇ ਬੈਠੇ ਨੀਂਦ ਆ ਜਾਂਦੀ ਹੈ ਤੇ ਜਦੋਂ ਉੱਠਦੇ ਹਾਂ ਤਾਂ ਬਹੁਤ ਚੰਗਾ ਲੱਗਦਾ, ਪ੍ਰਫੁੱਲਿਤ। ਕਿਉਂਕਿ ਮਨ ਅਗਰ ਚਿੰਤਨ ਦੇ ਵਿੱਚ ਲੱਗਾ ਹੋਇਆ ਹੈ, ਸਿਮਰਨ ਦੇ ਵਿੱਚ ਲੱਗਾ ਹੋਇਆ ਹੈ, ਤਾਂ ਨੀਂਦ ਆ ਗਈ, ਤਾਂ ਨੀਂਦ ਦੇ ਵਿੱਚ ਵੀ ਵੈਸਾ ਹੀ ਸਿਮਰਨ ਚੱਲਦਾ ਰਹਿੰਦਾ, ਚਿੰਤਨ ਚੱਲਦਾ ਰਹਿੰਦਾ। ਤੇ ਜਦੋਂ ਤੁਹਾਨੂੰ ਯਾਦ ਆਉਂਦੀ ਹੈ ਨਾ, ਤੇ ਵੈਸਾ ਹੀ ਖਿਆਲ ਫਿਰ ਬਣਿਆ ਰਹਿੰਦਾ, ਜੈਸਾ ਨੀਂਦ ਤੋਂ ਪਹਿਲਾਂ ਸੀ। ਜੋ ਤੁਸੀਂ ਨੀਂਦ ਤੋਂ ਪਹਿਲਾਂ ਸੋਚਦੇ ਹੋ, ਉਹ ਸੋਚ ਤੁਹਾਡੇ ਖਿਆਲ ਦੇ ਵਿੱਚ ਰਹਿੰਦੀ ਹੈ। ਤੇ ਆਮ ਨੀਂਦ ਨਾਲੋਂ ਤੇ ਚੰਗੀ ਹੈ, ਪਰ ਫਿਰ ਵੀ ਅਗਰ ਤੁਸੀਂ ਲਾਹਾ ਲੈਣਾ ਹੈ, ਜਾਗਰਣ ਵੱਲ ਨੂੰ ਜਾਣਾ ਹੈ, ਤੇ ਤੁਹਾਨੂੰ ਥੋੜ੍ਹਾ ਜਿਹਾ ਸੁਚੇਤ ਹੋ ਕੇ ਪੈਣਾ ਪਵੇਗਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਥੋੜ੍ਹਾ ਜਿਹਾ ਸਾਵਧਾਨ ਹੋ ਕੇ ਬੈਠਣਾ। ਇਸੇ ਕਰਕੇ ਕਿਹਾ ਜਾਂਦਾ ਹੈ ਵੀ ਬੈਠਣ ਤੋਂ ਪਹਿਲਾਂ ਇਸ਼ਨਾਨ ਕਰਕੇ
ਇਸ਼ਨਾਨ ਨਾ ਕਰ ਸਕੋ ਤੇ ਮੂੰਹ ਹੱਥ ਧੋ ਕੇ ਬੈਠੋ, ਤਾਂ ਕਿ ਤੁਸੀਂ ਸੁਚੇਤ ਬੈਠ ਸਕੋ। ਕਿਉਂਕਿ ਤੁਸੀਂ ਜਾਗਰਣ ਵੱਲ ਨੂੰ ਜਾਣਾ ਹੈ। ਅਗਰ ਧਿਆਨ ਕਰਦੇ ਨੀਂਦ ਹੀ ਆ ਗਈ ਤੇ ਫਿਰ ਕੋਈ ਲਾਭ ਨਹੀਂ ਹੋਣਾ। ਤੇ ਕਈ ਪ੍ਰੇਮੀ ਨੀਂਦ ਨੂੰ ਸਮਾਧੀ ਸਮਝ ਲੈਂਦੇ ਹਨ, ਤੇ ਕਈਆਂ ਨੂੰ ਜੋ ਧਿਆਨ ਕਰਦੇ ਸਿਮਰਨ ਕਰਦੇ ਨੀਂਦ ਆ ਜਾਵੇ ਨਾ, ਕਈਆਂ ਨੂੰ ਬਾਣੀ ਪੜ੍ਹਦਿਆਂ ਵੀ ਆਉਣ ਲੱਗ ਜਾਂਦੀ, ਤੋ ਸੁਪਨੇ ਦੇ ਵਿੱਚ ਬਹੁਤ ਕੁਝ ਦੇਖਦੇ ਹਨ ਤੇ ਉਹ ਸੋਚਦੇ ਹਨ ਵੀ ਅਸੀਂ ਸਮਾਧੀ 'ਚ ਚਲੇ ਜਾਂਦੇ ਹਾਂ ਤੇ ਫਿਰ ਸਾਨੂੰ ਉੱਪਰ ਜਾ ਕੇ ਸਭ ਕੁਝ ਨਜ਼ਰ ਆਉਂਦਾ ਹੈ, ਸਵਰਗ ਲੋਕ, ਕਈਆਂ ਨੂੰ ਬੈਕੁੰਠ ਲੋਕ, ਬਹੁਤ ਕੁਝ ਦੱਸਦੇ ਤੇ ਸਾਰੇ ਉਹਨਾਂ ਦੇ ਖਿਆਲਾਤ ਹੀ ਹੁੰਦੇ, ਸੁਪਨਾ ਹੀ ਹੁੰਦਾ। ਨਹੀਂ, ਇਹ ਸਮਾਧੀ ਨਹੀਂ ਹੈ ਵੀ ਤੁਹਾਨੂੰ ਪਤਾ ਹੀ ਨਾ ਲੱਗੇ। ਸਮਾਧੀ ਤੇ ਪੂਰਨ ਜਾਗਰਣ ਵੱਲ ਨੂੰ ਜਾਣਾ ਹੈ। ਜਿਵੇਂ ਤੁਸੀਂ ਰਾਤ ਨੂੰ 100% ਸੌਂਦੇ ਹੋ ਨਾ, ਤੇ ਹੁਣ ਜੋ ਜਾਗ ਰਹੇ ਹੋ ਦਿਨੇ, ਤਾਂ ਵੀ ਤੁਸੀਂ 50% ਸੁੱਤੇ ਹੋਏ ਹੋ, 50 ਜਾਗਦੇ ਹੋ, ਪੂਰਾ ਜਾਗਰਣ ਨਹੀਂ। ਤੇ ਧਿਆਨ ਦੇ ਵਿੱਚ ਪੂਰਾ ਜਾਗਰਣ ਹੋ ਜਾਂਦਾ ਹੈ 100%, ਕਿਉਂਕਿ ਪਰਮਾਤਮਾ ਜਾਗਿਆ ਹੋਇਆ ਹੈ, ਪੂਰਨ ਚੇਤਨ ਹੈ, ਤੇ ਆਪਾਂ ਚੇਤਨ ਵੱਲ ਨੂੰ ਜਾਣਾ ਹੈ ਤੇ ਜਾਗਣਾ ਹੈ। ਉੱਥੇ ਇਹ ਥੋੜ੍ਹੀ ਹੈ ਵੀ ਤੁਸੀਂ ਸਮਾਧੀ 'ਚ ਬੈਠੇ ਹੋ, ਤੁਹਾਨੂੰ ਚਾਰ ਸਵੇਰੇ ਦਾ ਕੁਛ ਪਤਾ ਹੀ ਨਹੀਂ। ਕਈ ਕਹਿਣਗੇ ਸਾਨੂੰ ਪਤਾ ਹੀ ਨਹੀਂ ਲੱਗਦਾ ਜੀ ਕੀ ਹੋ ਰਿਹਾ, ਸਮਾਧੀ 'ਚ ਪਹੁੰਚ ਜਾਂਦੇ। ਨਹੀਂ, ਉਹ ਜੜ ਸਮਾਧੀ, ਮੂਰਛਿਤ ਸਮਾਧੀ, ਜਿਹਦੀ ਗੁਰੂ ਨਾਨਕ ਦੇਵ ਜੀ ਗੱਲ ਕਰਦੇ ਹਨ ਜਾਂ ਕਬੀਰ ਜੀ ਗੱਲ ਕਰਦੇ ਹਨ ਨਾ, ਸਹਿਜ ਸਮਾਧੀ, ਤਾਂ ਉਹਦੇ ਵਿੱਚ ਐਸਾ ਨਹੀਂ ਹੈ ਤੁਹਾਨੂੰ ਪਤਾ ਨਹੀਂ ਲੱਗੇਗਾ, ਸਗੋਂ ਜ਼ਿਆਦਾ ਪਤਾ ਲੱਗਦਾ ਹੈ। ਸੂਖਸ਼ਮ ਤੋਂ ਸੂਖਸ਼ਮ ਆਵਾਜ਼ਾਂ ਵੀ ਸੁਣਾਈ ਦਿੰਦੀਆਂ ਹਨ ਤੁਹਾਨੂੰ, ਜੋ ਤੁਹਾਨੂੰ ਸਾਧਾਰਣਤਾ ਨਹੀਂ ਦਿਖਦਾ ਉਹ ਵੀ ਦਿਖਣਾ ਸ਼ੁਰੂ ਹੋ ਜਾਂਦਾ। ਤੁਸੀਂ ਹੋਰ ਚੇਤਨ ਹੁੰਦੇ ਜਾਂਦੇ, ਸੁਚੇਤ ਹੁੰਦੇ ਜਾਂਦੇ, ਤੇ ਸੁਚੇਤ ਹੋ ਕੇ ਬੈਠਣਾ। ਕਹਿੰਦੇ ਹਨ ਨਾ ਇਤਿਹਾਸਕਾਰ ਵੀ ਗੁਰੂ ਅਮਰਦਾਸ ਜੀ ਜਦੋਂ ਧਿਆਨ ਕਰਦੇ ਸਨ, ਤੋ ਗੋਇੰਦਵਾਲ ਜਿੱਥੇ ਰਹਿੰਦੇ ਸਨ, ਹਾਲੇ ਵੀ ਉੱਥੇ ਇੱਕ ਬੜੀ ਸਾਰੀ ਕਿੱਲੀ ਗੱਡੀ ਹੋਈ। ਕਹਿੰਦੇ ਹਨ ਵੀ ਇਹਨਾਂ ਦੇ ਨਾਲ ਉਹ ਕੇਸ ਬੰਨ੍ਹ ਕੇ ਬੈਠਦੇ ਸਨ ਵੀ ਨੀਂਦ ਨਾ। ਨਹੀਂ, ਐਸਾ ਨਹੀਂ ਹੈ ਕਿ ਜ਼ਬਰਦਸਤੀ ਆਪਾਂ ਨੀਂਦ ਨੂੰ ਰੋਕਣਾ ਹੈ। ਜਿੰਨੀ ਕੁ ਨੀਂਦ ਲੋੜ ਹੈ ਨਾ ਸਰੀਰ ਦੀ, ਓਨੀ ਜ਼ਰੂਰੀ ਹੈ। ਜਿਵੇਂ ਭੋਜਨ ਲੋੜ ਹੈ ਸਰੀਰ ਦੀ, ਭੋਜਨ ਤੋਂ ਬਿਨਾਂ ਨਹੀਂ ਰਹਿ ਸਕਦੇ ਆਪ, ਜਿੰਨਾ ਲੋੜ ਹੈ ਓਨਾ ਖਾਣਾ, ਜਿੰਨਾ ਪਾਣੀ ਦੀ ਲੋੜ ਹੈ ਪਾਣੀ ਦੇਣਾ, ਇੱਦਾਂ ਹੀ ਨੀਂਦ ਦੀ ਵੀ ਲੋੜ ਹੈ। ਤੇ ਜਿੰਨੀ ਲੋੜ ਹੈ ਨਾ, ਜਿਵੇਂ ਜਵਾਨ ਨੂੰ 6-7 ਘੰਟੇ ਦੀ ਲੋੜ ਹੈ, ਬੁਢਾਪੇ ਦੇ ਵਿੱਚ ਨੀਂਦ ਘੱਟ ਜਾਂਦੀ, ਬਚਪਨ 'ਚ ਹੋਰ ਜ਼ਿਆਦਾ ਹੁੰਦੀ, ਤੇ ਉਮਰ ਦੇ ਲਿਹਾਜ਼ ਨਾਲ ਫਿਰ ਜਿੱਦਾਂ ਦਾ ਤੁਸੀਂ ਕੰਮ ਕਰਦੇ ਹੋ ਉਸ ਹਿਸਾਬ ਦੇ ਨਾਲ ਜਿੰਨੀ ਕੁ ਜ਼ਰੂਰਤ ਹੈ ਨੀਂਦ ਦੀ, ਓਨੀ ਨੀਂਦ ਲੈਣੀ ਲਾਜ਼ਮੀ ਹੈ ਅਗਰ ਤੁਸੀਂ ਸਰੀਰ ਨੂੰ ਸਵਸਥ ਰੱਖਣਾ ਹੈ। ਉਸ ਤੋਂ ਵੱਧ ਨੀਂਦ ਆ ਰਹੀ ਹੈ ਤੇ ਫਿਰ ਬਿਮਾਰੀ ਹੈ। ਫਿਰ ਸੁਚੇਤ ਹੋ ਕੇ ਬੈਠੋ। ਉਸ ਤੋਂ ਘੱਟ ਨੀਂਦ ਆ ਰਹੀ ਹੈ, ਫਿਰ ਵੀ ਬਿਮਾਰੀ ਹੈ। ਹਾਂ, ਧਿਆਨ ਦੇ ਵਿੱਚ ਉਹੋ ਹੀ ਕੰਮ ਹੋ ਜਾਂਦਾ ਹੈ ਜੋ ਨੀਂਦ ਕਰਦੀ ਹੈ। ਨੀਂਦ ਦੇ ਵਿੱਚ ਸਰੀਰ ਦਾ ਪੂਰਾ ਰੈਸਟ ਹੋ ਜਾਂਦਾ ਹੈ, ਮਨ ਦਾ ਵੀ ਰੈਸਟ ਹੋ ਜਾਂਦਾ ਹੈ, ਬੁੱਧੀ ਦਾ ਵੀ ਰੈਸਟ ਹੋ ਜਾਂਦਾ ਹੈ, ਤੇ ਉਹੋ ਹੀ ਕੰਮ ਧਿਆਨ ਦੇ ਵਿੱਚ ਵੀ ਹੁੰਦਾ ਹੈ। ਤੇ ਜਿਹੜੇ ਧਿਆਨੀ ਹਨ ਨਾ,
ਜਦੋਂ ਉਹ ਧਿਆਨ ਦੇ ਵਿੱਚ ਬੈਠਦੇ ਹਨ ਜਾਂ ਲੇਟ ਜਾਂਦੇ ਹਨ ਧਿਆਨ ਦੇ ਵਿੱਚ, ਤਾਂ ਉਦੋਂ ਉਹਨਾਂ ਦਾ ਸਰੀਰ ਬਿਲਕੁਲ ਸੌਂ ਜਾਂਦਾ ਹੈ ਅਤੇ ਵਿਚਾਰ ਕੋਈ ਹੁੰਦਾ ਨਹੀਂ ਹੈ, ਮਨ ਸੋਚ ਨਹੀਂ ਰਿਹਾ ਕੁਛ ਵੀ, ਅਤੇ ਬੁੱਧੀ ਦਾ ਵੀ ਰੈਸਟ ਹੋ ਗਿਆ, ਮਨ ਦਾ ਵੀ ਰੈਸਟ ਹੋ ਗਿਆ। ਪਰ ਉਹ ਜਾਗਦੇ ਹਨ, ਉਹਨਾਂ ਨੂੰ ਹੀ ਜੋਗੀ ਕਿਹਾ ਹੈ। ਗੁਰਮੁਖ ਜੋਗੀ ਜਾਗਦੇ, ਹੋਰ ਜਗ ਸੁੱਤਾ ਮੋਹ ਪਿਆਰ। ਭਾਵ ਕਿ ਉਹ ਸੁੱਤੇ ਹੋਏ ਹਨ ਸਰੀਰ ਕਰਕੇ, ਪਰ ਸੁੱਤੇ ਹੋਏ ਸਰੀਰ ਕਰਕੇ ਹੀ ਹਨ, ਚੇਤਨਾ ਤੇ ਉਹਨਾਂ ਦੀ ਜਾਗ ਹੀ ਰਹੀ ਹੈ। ਦੇਖ ਰਹੇ ਹਨ ਵੀ ਸਰੀਰ ਸੁੱਤਾ ਹੈ, ਰੈਸਟ ਕਰ ਰਿਹਾ, ਉਹਨਾਂ ਨੂੰ ਫਿਰ ਅਲੱਹਿਦਾ ਨੀਂਦ ਲੈਣ ਦੀ ਲੋੜ ਨਹੀਂ ਪੈਂਦੀ। ਐਸਾ ਨਹੀਂ ਉਹ ਸੌਂਦੇ ਨਹੀਂ ਹਨ, ਸੌਂਦੇ ਤੇ ਹਨ ਹੀ, ਪਰ ਧਿਆਨ ਦੇ ਵਿੱਚ ਅਗਰ ਨੀਂਦ ਨਾ ਆਵੇ, ਫਿਰ ਇਹਦਾ ਮਤਲਬ ਵੀ ਜ਼ਬਰਦਸਤੀ ਧਿਆਨ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ, ਧਿਆਨ ਲੱਗ ਨਹੀਂ ਰਿਹਾ ਹੋਣਾ, ਮਨ ਜ਼ਿਆਦਾ ਵਿਚਾਰਾਂ ਦੇ ਵਿੱਚ ਘੁੰਮਦਾ ਹੋਣਾ, ਤੇ ਤੁਸੀਂ ਜ਼ਬਰਦਸਤੀ ਘੇਰ ਘੇਰ ਕੇ ਲਾਉਣ ਦੀ ਕੋਸ਼ਿਸ਼ ਕਰਦੇ ਹੋਣੇ ਤੇ ਨੀਂਦ ਨਹੀਂ ਆਉਂਦੀ। ਤੇ ਨੀਂਦ ਨਾ ਆਉਣ ਦਾ ਕਾਰਨ ਵੀ ਹੈ ਕਿਉਂਕਿ ਥੱਲੇ ਤੁਸੀਂ ਹੋਰ ਵੀ ਬਹੁਤ ਰਿਸਰਚ ਕਰ ਕਰਕੇ ਲਿਖਿਆ ਹੋਇਆ ਹੈ ਵੀ ਓਸ਼ੋ ਜਿਹੜੇ ਹਨ ਉਹਨਾਂ ਨੂੰ ਸੁਣਨ ਵਾਲੇ ਜ਼ਿਆਦਾ ਹਨ। ਇਹ ਤੁਹਾਨੂੰ ਪਤਾ ਨਹੀਂ ਕਿਵੇਂ ਪਤਾ ਲੱਗਾ ਹੈ। ਉਹ ਜੈਨੀ ਸਨ, ਜੈਨ ਮਤ ਦਾ ਪ੍ਰਚਾਰ ਕਰਦੇ ਸਨ, ਉਹਨਾਂ ਨੂੰ ਸੁਰਤ ਯੋਗਤਾ ਨਹੀਂ ਸੀ ਪਤਾ। ਤੁਸੀਂ ਦੂਸਰਿਆਂ ਦੀ ਜਾਣਕਾਰੀ ਕਿਉਂ ਲੈਣਾ ਚਾਹੁੰਦੇ ਹੋ? ਦੂਸਰਿਆਂ ਨੂੰ ਜਾਣ ਕੇ ਤੁਹਾਨੂੰ ਮਿਲੂਗਾ ਕਿ ਕੌਣ ਕੌਣ ਸੀ? ਪਹਿਲੀ ਗੱਲ ਤਾਂ ਤੁਸੀਂ ਬਾਹਰੋਂ ਜਾਣ ਨਹੀਂ ਸਕਦੇ। ਅਗਰ ਜਾਣ ਵੀ ਲਓ ਤਾਂ ਉਹਦੇ ਨਾਲ ਉਪਲਬਧੀ ਕੀ? ਇਵੇਂ ਤੇ ਲੋਕ ਕਰ ਰਹੇ ਹਨ ਨਾ, ਪੜ੍ਹੇ ਲਿਖੇ ਜਿਹੜੇ ਵਿਦਵਾਨ ਹਨ, ਗਿਆਨੀ ਹਨ, ਪੰਡਿਤ ਹਨ, ਉਹ ਰਿਸਰਚ ਕਰਦੇ ਰਹਿੰਦੇ ਹਨ। ਮਹਾਤਮਾ ਬੁੱਧ 'ਤੇ ਕੋਈ ਕਰ ਰਿਹਾ ਹੈ, ਕੋਈ ਮਹਾਵੀਰ 'ਤੇ ਕਰਦਾ ਹੈ, ਕੋਈ ਕ੍ਰਿਸ਼ਨ 'ਤੇ ਕਰਦਾ ਹੈ, ਕੋਈ ਗੁਰੂ ਨਾਨਕ ਦੇਵ ਜੀ 'ਤੇ ਕਰਦਾ। ਤਾਂ ਬਾਹਰੋਂ ਪੜ੍ਹ ਕੇ, ਪੁਸਤਕਾਂ ਸੁਣ ਕੇ, ਉਹਦੇ ਨਾਲ ਤੁਹਾਨੂੰ ਕਿਵੇਂ ਪਤਾ ਲੱਗ ਜੂਗਾ ਕੌਣ ਕੌਣ ਸੀ? ਨਾਲੇ ਜਿਹੜੇ ਸਰੀਰ ਕਰਕੇ ਚਲੇ ਗਏ ਹਨ ਉਹਨਾਂ ਦੇ ਬਾਰੇ ਤੁਸੀਂ ਕਦੇ ਵੀ ਨਹੀਂ ਜਾਣ ਸਕਦੇ। ਹਾਂ, ਤੁਸੀਂ ਆਪਣੇ ਆਪ ਨੂੰ ਜਾਣ ਲਓ ਤੇ ਫਿਰ ਜਾਣ ਸਕਦੇ ਹੋ, ਪਰ ਬਾਹਰੋਂ ਉਹਨਾਂ ਨੂੰ ਪੜ੍ਹ ਸੁਣ ਕੇ ਥੋੜ੍ਹੀ ਜਾਣ ਲਓਗੇ। ਹੁਣ ਕੋਈ ਗੁਰੂ ਨਾਨਕ ਦੇਵ ਜੀ ਨੂੰ ਜਾਣਨ ਵਾਸਤੇ ਉਹਨਾਂ ਦਾ ਇਤਿਹਾਸ ਵੀ ਸਾਰਾ ਪੜ੍ਹ ਲਵੇ, ਉਹਨਾਂ ਦਾ ਉਪਦੇਸ਼ ਵੀ ਸਾਰਾ ਪੜ੍ਹ ਲਵੇ, ਵਿਚਾਰ ਵੀ ਲਵੇ, ਸਮਝ ਵੀ ਲਵੇ, ਫਿਰ ਵੀ ਉਹਨਾਂ ਨੂੰ ਕਦੇ ਨਹੀਂ ਸਮਝ ਸਕਦਾ, ਕਿਉਂਕਿ ਬੁੱਧੀ ਦੇ ਤਲ 'ਤੇ ਉਹ ਸਮਝੇ ਹੀ ਨਹੀਂ ਜਾ ਸਕਦੇ। ਤੁਸੀਂ ਤੇ ਵਿਚਾਰ ਦੁਆਰਾ ਸਮਝੋਗੇ ਨਾ, ਤੇ ਵਿਚਾਰ ਤੇ ਬਾਹਰੋਂ ਹੀ ਸਮਝੂਗਾ ਨਾ। ਆ ਜਿਹੜੇ ਤੁਹਾਡੇ ਚਾਰ ਚੁਫੇਰੇ ਵੀ ਰਹਿੰਦੇ ਹਨ, ਅਗਰ ਇਹਨਾਂ ਨੂੰ ਵੀ ਤੁਸੀਂ ਸਮਝੋ, ਤੁਹਾਡੇ ਪਰਿਵਾਰ ਦੇ ਮੈਂਬਰ ਵੀ ਹਨ, ਤੇ ਇਹਨਾਂ ਨੂੰ ਕੀ ਸਮਝੋਗੇ ਤੁਸੀਂ? ਬਾਹਰੋਂ ਹੀ ਸਮਝ ਰਹੇ ਹੋ। ਵਾਸਤਵਿਕ ਤੇ ਇਹਨਾਂ ਨੂੰ ਕੁਛ ਵੀ ਨਹੀਂ ਸਮਝਦੇ। ਤੁਸੀਂ ਜਾਣਦੇ ਹੋ ਕਿਸੇ ਨੂੰ ਜਿਹੜੇ ਰਹਿ ਰਹੇ ਹਨ ਤੁਹਾਡੇ ਕੋਲ? ਕੌਣ ਹਨ ਇਹ? ਕਿੱਥੋਂ ਆਏ ਹਨ? ਕੀ ਇਹਨਾਂ ਦੀ ਅਵਸਥਾ ਹੈ? ਕੁਛ ਵੀ ਨਹੀਂ ਜਾਣਦੇ। ਤੁਸੀਂ ਆਪਣੇ ਆਪ ਨੂੰ ਨਹੀਂ ਜਾਣਦੇ। ਤੁਸੀਂ ਆਪਣੇ ਆਪ ਨੂੰ ਜਾਣ ਲਓ ਨਾ, ਤੇ ਤੁਸੀਂ ਸਾਰਿਆਂ ਨੂੰ ਜਾਣ ਲਓ। ਤੁਸੀਂ ਰਿਸਰਚ ਕਰਨੀ ਹੈ ਤੇ ਆਪਣੀ ਕਰੋ।
ਕਿਸੇ ਦੀ ਨਾ ਕਰੋ। ਤੁਸੀਂ ਜੀਵਨ ਆਪਣਾ ਬੜਾ ਅਮੋਲਕ ਤੁਹਾਨੂੰ ਮਿਲਿਆ ਹੈ, ਤੇ ਦੂਸਰਿਆਂ ਦੇ ਵਿਚਾਰਾਂ ਦੇ ਵਿੱਚ ਪੈ ਕੇ ਇਸ ਜੀਵਨ ਨੂੰ ਗਵਾਓ ਨਾ। ਤੁਸੀਂ ਅਸ਼ਾਂਤੀ ਦੇ ਮਾਰਗ 'ਤੇ ਜਾ ਰਹੇ ਹੋ। ਜਿੰਨਾ ਤੁਸੀਂ ਰਿਸਰਚ ਕਰੋਗੇ, ਵਿਚਾਰ ਕਰੀ ਜਾਓਗੇ, ਜਿਵੇਂ ਆ ਭਾਗਵਤ ਗੀਤਾ ਦੇ ਸ਼ਲੋਕ ਵੀ ਥੱਲੇ ਇਸੇ ਮਿੱਤਰ ਨੇ ਲਿਖ ਕੇ ਭੇਜੇ ਹਨ। ਦੋ ਤੇ ਕ੍ਰਿਸ਼ਨ ਨੂੰ ਉਪਦੇਸ਼, ਕ੍ਰਿਸ਼ਨ ਦੇ ਰਹੇ ਸਨ ਅਰਜਨ ਨੂੰ ਉਪਦੇਸ਼। ਤਾਂ ਉਹਨਾਂ ਸ਼ਲੋਕਾਂ ਨੂੰ ਪੜ੍ਹ ਕੇ ਤੁਹਾਨੂੰ ਕੁਛ ਪਤਾ ਲੱਗੂਗਾ। ਇਹਨਾਂ ਦਾ ਪਾਠ ਤੇ ਰੋਜ਼ ਹਿੰਦੂ ਕਰਦੇ ਹਨ, ਗੀਤਾ ਦਾ ਸ਼ਲੋਕ ਪੜ੍ਹਦੇ ਹਨ, ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਕ੍ਰਿਸ਼ਨ ਜੀ ਜੋ ਕਹਿ ਰਹੇ। ਇਵੇਂ ਹੀ ਸਿੱਖ ਸ਼ਬਦ ਬਹੁਤ ਸਾਰੇ ਯਾਦ ਕਰਕੇ ਰੱਖਦੇ ਹਨ, ਬਾਣੀ ਪੜ੍ਹਦੇ ਹਨ ਰੋਜ਼। ਉਹਨਾਂ ਨੂੰ ਪਤਾ ਲੱਗ ਗਿਆ ਹੈ ਗੁਰੂ ਨਾਨਕ ਦੇਵ ਜੀ ਕੀ ਕਹਿ ਰਹੇ। ਨਹੀਂ, ਬਾਹਰੋਂ ਤੁਸੀਂ ਪੜ੍ਹ ਕੇ, ਵਿਚਾਰ ਕੇ, ਸਮਝ ਕੇ ਕੁਛ ਵੀ ਉਪਲਬਧ ਨਹੀਂ ਕਰ ਸਕਦੇ। ਆ ਮੈਂ ਬੋਲ ਰਿਹਾ ਹਾਂ ਨਾ, ਅਗਰ ਤੁਸੀਂ ਇਸ ਨੂੰ ਵੀ ਵਿਚਾਰਦੇ ਰਹੋ, ਸਮਝਦੇ ਰਹੋ, ਤੇ ਸਮਝ ਦੇ ਤਲ 'ਤੇ ਤੁਹਾਨੂੰ ਕੁਛ ਵੀ ਪਤਾ ਨਹੀਂ ਲੱਗਣਾ। ਤੁਸੀਂ ਆਪਣਾ ਜੀਵਨ ਜਿਹੜਾ ਹੈ ਨਾ, ਉਹ ਵਿਅਰਥ ਗਵਾ ਰਹੇ ਹੋ। ਤੁਸੀਂ ਵਿਚਾਰਕ ਹੋ ਜਾਓਗੇ, ਤੁਸੀਂ ਪੰਡਿਤ ਹੋ ਜਾਓਗੇ, ਸਾਰਿਆਂ ਬਾਰੇ ਤੇ ਜਾਣ ਲਓਗੇ। ਬਹੁਤੇ ਵਿਦਵਾਨ ਜਾਣਦੇ ਵੀ ਹਨ, ਗੁਰੂਆਂ ਬਾਰੇ ਜਾਣਦੇ ਹਨ, ਸਿੱਖਾਂ ਬਾਰੇ ਜਾਣਦੇ ਹਨ, ਕਈ ਧਰਮਾਂ ਦੇ ਲੋਕਾਂ ਬਾਰੇ ਜਾਣਦੇ ਹਨ, ਅਵਤਾਰੀ ਪੁਰਸ਼ਾਂ ਬਾਰੇ ਜਾਣਦੇ, ਬਹੁਤ ਜਾਣਕਾਰੀ ਇਕੱਠੀ ਕਰ ਲੈਂਦੇ, ਪਰ ਆਪਣੇ ਆਪ ਨੂੰ ਨਹੀਂ ਜਾਣਦੇ ਹਨ। ਮੈਂ ਕੌਣ? ਅਸਲੀ ਜੋ ਹੈ ਨਾ, ਉਹ ਜਾਣਕਾਰੀ ਆਪਣੀ ਹੈ। ਤੁਸੀਂ ਆਪਣੇ ਆਪ ਨੂੰ ਜਾਣ ਲਓ। ਪ੍ਰਥਮੇ ਮਨ ਪ੍ਰਬੋਧੇ, ਆਪਣਾ ਪਾਛੇ ਅਵਰ ਜਾਵੇ। ਤੁਸੀਂ ਕੌਣ ਹੋ? ਕਿੱਥੋਂ ਆਏ ਹੋ? ਕਿੱਥੇ ਨੂੰ ਜਾਣਾ ਹੈ? ਜਿਵੇਂ ਜੈਨ ਫਕੀਰ ਕਹਿੰਦੇ ਹਨ, ਆਪਣੇ ਓਰੀਜਨਲ ਫੇਸ ਨੂੰ ਖੋਜੋ, ਵਾਸਤਵਿਕ ਚਿਹਰੇ ਨੂੰ। ਆ ਬਾਹਰਲਾ ਚਿਹਰਾ ਤੇ ਤੁਹਾਡਾ ਨਕਲੀ ਮਾਤਾ ਪਿਤਾ ਤੋਂ ਮਿਲਿਆ ਹੋਇਆ। ਅਸਲੀ ਚਿਹਰਾ ਕੀ ਹੈ ਤੁਹਾਡਾ? ਤੁਸੀਂ ਆਪਣੇ ਸਰੂਪ ਨੂੰ ਖੋਜੋ। ਜੇ ਰਿਸਰਚ ਹੀ ਕਰਨੀ ਹੈ ਨਾ, ਤੇ ਤੁਸੀਂ ਆਪਣੀ ਕਰੋ, ਕਿਸੇ ਦੀ ਨਾ ਕਰੋ। ਕਿਉਂਕਿ ਦੂਸਰਿਆਂ ਦੀ ਕਰਦੇ ਰਹੇ ਨਾ ਤੁਸੀਂ, ਤੇ ਆਪਣੇ ਤੋਂ ਦੂਰ ਜਾਓਗੇ, ਤੇ ਜਿੰਨਾ ਆਪਣੇ ਤੋਂ ਦੂਰ ਜਾਓਗੇ ਨਾ, ਓਨਾ ਬੇਚੈਨ ਹੋਵੋਗੇ। ਤੇ ਮੈਨੂੰ ਇਉਂ ਲੱਗਦਾ ਹੈ ਨੀਂਦ ਵੀ ਇਸੇ ਕਰਕੇ ਤੁਹਾਨੂੰ ਘੱਟ ਆ ਰਹੀ ਹੈ। ਤੁਸੀਂ ਵਿਚਾਰਾਂ ਦੇ ਵਿੱਚ ਜ਼ਿਆਦਾ ਖੋ ਰਹੇ ਹੋ। ਜਿੰਨਾ ਸੋਚੀ ਜਾਓਗੇ, ਵਿਚਾਰੀ ਜਾਓਗੇ, ਸੋਚੀ ਜਾਓਗੇ, ਵਿਚਾਰੀ ਜਾਓਗੇ, ਓਨਾ ਹੀ ਮਨ ਸਕਰੀय ਰਹੇਗਾ, ਤੇ ਤੁਸੀਂ ਧਿਆਨ ਨਹੀਂ ਕਰ ਸਕਦੇ। ਹੁਣ ਤੁਸੀਂ ਤੇ ਕਹਿ ਰਹੇ ਹੋ ਨਾ ਵੀ ਸਾਨੂੰ ਧਿਆਨ ਦੇ ਵਿੱਚ ਨੀਂਦ ਨਹੀਂ ਆਉਂਦੀ, ਪਰ ਐਸਾ ਹੈ ਨਹੀਂ, ਤੁਹਾਡਾ ਧਿਆਨ ਲੱਗ ਨਹੀਂ ਰਿਹਾ ਹੈ। ਤੁਸੀਂ ਜ਼ਬਰਦਸਤੀ ਲਾਉਣ ਦੀ ਕੋਸ਼ਿਸ਼ ਵੀ ਕਰਦੇ ਹੋ, ਪਰ ਲੱਗ ਨਹੀਂ ਸਕਦਾ। ਤੇ ਵਿਚਾਰਾਂ ਤੋਂ ਥੋੜ੍ਹਾ ਜਿਹਾ ਮੁਕਤ ਹੋਵੋ। ਕਿਸੇ ਨੂੰ ਨਾ ਜਾਣੋ। ਜਿੱਦਾਂ ਦਾ ਰੱਬ ਨੇ ਕਿਸੇ ਨੂੰ ਪੈਦਾ ਕੀਤਾ ਸੀ, ਉਹ ਆਪਣਾ ਕੰਮ ਕਰ ਗਿਆ। ਜਿੱਦਾਂ ਦਾ ਉਹਨੂੰ ਬਣਾਇਆ ਸੀ, ਉੱਦਾਂ ਦਾ ਹੀ ਉਹ ਬਣਿਆ ਸੀ। ਤੋ ਉਹ ਇਸ ਸੰਸਾਰ ਤੋਂ ਚਲੇ ਗਿਆ, ਤੇ ਉਹਦੇ ਬਾਰੇ ਆਪਾਂ ਕੀ ਵਿਚਾਰ ਕਰਨੀ। ਤੇ ਦੂਸਰਿਆਂ ਬਾਰੇ ਨਾ ਸੋਚੋ। ਦੂਸਰਿਆਂ ਬਾਰੇ ਸੋਚ ਕੇ ਤੇ ਆਦਮੀ ਆਪਣਾ ਜੀਵਨ ਵਿਅਰਥ
ਗਵਾ ਰਿਹਾ ਹੈ। ਕੋਈ ਤਾਂ ਪਰਿਵਾਰ ਦੇ ਮੈਂਬਰਾਂ ਬਾਰੇ ਸੋਚਦਾ ਹੈ, ਕੋਈ ਬੱਚਿਆਂ ਦੀ ਪੜ੍ਹਾਈ ਬਾਰੇ ਸੋਚਦਾ ਹੈ, ਕੋਈ ਕਾਰੋਬਾਰ ਬਾਰੇ ਸੋਚਦਾ ਹੈ, ਧੰਦੇ ਬਾਰੇ ਸੋਚਦਾ ਹੈ, ਕੋਈ ਮਿੱਤਰਾਂ ਬਾਰੇ ਸੋਚਦਾ ਹੈ, ਕੋਈ ਸੋਚਦਾ ਹੈ ਵੀ ਮੈਨੂੰ ਪ੍ਰਸ਼ੰਸਾ ਮਿਲੇ, ਚੰਗੇ ਚੰਗੇ ਮੇਰੇ ਮਿੱਤਰ। ਅਤੇ ਕੋਈ ਇਹੋ ਹੀ ਸੋਚੀ ਜਾਂਦਾ ਹੈ ਵੀ ਕਿਹੜਾ ਧਾਰਮਿਕ ਹੈ, ਕਿਹੜਾ ਅਧਾਰਮਿਕ। ਕੋਈ ਇਹ ਸੋਚਦਾ ਹੈ ਕਿਹੜਾ ਮਹਾਂਪੁਰਸ਼ ਹੈ, ਕਿਹੜਾ ਨਹੀਂ ਮਹਾਂਪੁਰਸ਼, ਕਿਹੜਾ ਪਹੁੰਚਿਆ ਹੋਇਆ, ਕਿਹੜਾ ਨਹੀਂ ਪਹੁੰਚਿਆ ਹੋਇਆ। ਸੋਚ ਤੇ ਸਾਰੇ ਹੀ ਰਹੇ ਹਨ, ਸੋਚ ਤੇ ਫਿਰ ਦੂਸਰਿਆਂ ਦੀ। ਤੇ ਬਾਹਰੋਂ ਸੋਚ ਕੇ ਪਤਾ ਕਿਵੇਂ ਲੱਗੂਗਾ ਕੌਣ ਪਹੁੰਚ ਗਿਆ, ਕੌਣ ਨਹੀਂ ਪਹੁੰਚਿਆ। ਕਈ ਇਹੋ ਹੀ ਖੋਜ ਕਰਦੇ ਰਹਿਣਗੇ, ਕੌਣ ਪੂਰਨ ਪੁਰਖ ਹਨ, ਕੌਣ ਪੂਰਨ ਮਹਾਤਮਾ, ਕੌਣ ਪੂਰਨ ਸੰਤ ਹੈ। ਤੋ ਇਹੋ ਹੀ ਖੋਜ ਕਰਦੇ ਰਹਿੰਦੇ ਹਨ। ਤੁਸੀਂ ਪੂਰਨ ਬ੍ਰਹਮ ਗਿਆਨੀ ਦੇ ਸਾਹਮਣੇ ਵੀ ਬੈਠ ਜਾਓ ਨਾ, ਤਾਂ ਵੀ ਤੁਸੀਂ ਬਾਹਰੋਂ ਉਹਦਾ ਕੁਛ ਵੀ ਸਿਆਣ ਨਹੀਂ ਸਕਦੇ। ਉਹਦੀਆਂ ਗੱਲਾਂ ਤੋਂ ਵੀ ਨਹੀਂ ਪਤਾ ਲੱਗ ਸਕਦਾ, ਵਿਚਾਰਾਂ ਤੋਂ ਵੀ ਨਹੀਂ ਪਤਾ ਲੱਗ ਸਕਦਾ, ਜਿੰਨਾ ਚਿਰ ਤੁਸੀਂ ਆਪਣੇ ਅੰਦਰ ਨਾ ਉਤਰੋ। ਇਹ ਖਿਆਲ ਵਿੱਚ ਰੱਖੋ। ਜੇ ਵਾਸਤਵਿਕ ਦੇ ਵਿੱਚ ਤੁਸੀਂ ਆਪਣੇ ਅੰਦਰ ਉਤਰੋਗੇ ਨਾ, ਆਪਣੀ ਰਿਸਰਚ ਕਰੋਗੇ, ਆਪਣੇ ਆਪ ਨੂੰ ਜਾਣ ਲਵੋਗੇ ਨਾ, ਫਿਰ ਤੁਸੀਂ ਸਾਰਿਆਂ ਨੂੰ ਹੀ ਜਾਣ ਲਵੋਗੇ। ਕਹਿੰਦੇ ਨਾ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਜਿਹੜਾ ਜਿੱਥੇ ਕੁ ਪਹੁੰਚਿਆ ਹੋਇਆ ਹੈ, ਜਿੰਨਾ ਆਪਣੇ ਤੁਸੀਂ ਅੰਦਰ ਪਹੁੰਚ ਜਾਂਦੇ ਹੋ ਨਾ, ਓਨਾ ਹੀ ਦੂਸਰੇ ਦੇ ਅੰਦਰ ਪਹੁੰਚ ਜਾਂਦੇ। ਅਤੇ ਵਿਚਾਰ ਜਿਹੜੇ ਹਨ ਉਹ ਬਾਹਰ ਬਾਹਰ ਰੱਖਦੇ ਹਨ ਤੁਹਾਨੂੰ, ਤੁਸੀਂ ਅੰਦਰ ਨਹੀਂ ਜਾਂਦੇ ਹੋ। ਕਿਉਂਕਿ ਵਿਚਾਰ ਸੰਸਾਰ ਦੇ ਹਨ ਨਾ, ਤੁਹਾਨੂੰ ਬਾਹਰ ਬਾਹਰ ਭਟਕਾਉਂਦੇ ਰਹਿੰਦੇ ਹਨ, ਉਲਝਾਈ ਰੱਖਦੇ ਹਨ। ਅਤੇ ਜਦੋਂ ਤੁਸੀਂ ਵਿਚਾਰਾਂ ਤੋਂ ਮੁਕਤ ਹੋਵੋਗੇ ਨਾ, ਫਿਰ ਤੁਸੀਂ ਅੰਦਰ ਨੂੰ ਜਾਓਗੇ। ਅਤੇ ਧਿਆਨ ਹੈ ਵਿਚਾਰਾਂ ਤੋਂ ਮੁਕਤ ਹੋਣਾ। ਅਤੇ ਧਿਆਨ ਜਦੋਂ ਤੁਸੀਂ ਵਿਚਾਰਾਂ ਤੋਂ ਮੁਕਤ ਹੋਵੋਗੇ, ਅਤੇ ਨੀਂਦ ਤਾਂ ਬਹੁਤ ਛੇਤੀ ਆਉਂਦੀ ਹੈ, ਸਹਿਜ ਹੈ। ਧਿਆਨ ਦੇ ਵਿੱਚ ਤਾਂ ਆਪਣੇ ਆਪ ਹੀ ਆਦਮੀ ਸਹਿਜੇ ਹੀ ਨੀਂਦ ਲੈਣਾ ਚਾਹਵੇ, ਨੀਂਦ ਆ ਜਾਂਦੀ। ਛਿਨ ਵੀ ਨਹੀਂ ਲੱਗਦਾ ਹੈ ਨੀਂਦ ਆਉਣ, ਕਿਉਂਕਿ ਸ਼ਾਂਤੀ ਦੇ ਵਿੱਚ ਟਿਕਾ ਮਿਲ ਗਿਆ ਨਾ, ਟਿਕਾ ਦੇ ਵਿੱਚ ਨੀਂਦ ਆ ਗਈ। ਪਰ ਧਿਆਨ ਦੇ ਵਿੱਚ ਲੋੜ ਵੀ ਨਹੀਂ ਹੁੰਦੀ ਹੈ ਨੀਂਦ ਦੀ, ਜੇ ਨਾ ਵੀ ਆਵੇ ਤਾਂ ਵੀ ਕੋਈ ਗੱਲ ਨਹੀਂ, ਕਿਉਂਕਿ ਰੈਸਟ ਤਾਂ ਮਿਲ ਹੀ ਗਿਆ ਨਾ, ਆਰਾਮ ਮਿਲ ਗਿਆ ਸਰੀਰ ਨੂੰ ਵੀ, ਮਨ ਨੂੰ ਵੀ, ਬੁੱਧੀ ਨੂੰ। ਤੋ ਫਿਰ ਜਾਗਦਾ ਹੀ ਰਹਿੰਦਾ, ਲੋੜ ਹੀ ਨਹੀਂ ਨੀਂਦ ਦੀ। ਗੁਰਮੁਖ ਜੋਗੀ ਜਾਗਦੇ।